ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੁੰਦੀ ਹੈ। ਸਾਫ਼ ਤੌਰ 'ਤੇ ਸਿੱਖ ਕੌਮ ਕਹਿੰਦੀ ਸੀ ਕਿ ਇਹਨਾਂ ਨੇ ਸਭ ਕੁਝ ਕਰਵਾਇਆ। ਹੁਣ ਚਾਰਜਸ਼ੀਟ ਦੇ ਵਿੱਚ ਨਾਮ ਵੀ ਦਾਖਲ ਕਰ ਦਿੱਤੇ ਗਏ ਨੇ, ਦੱਸਿਆ ਵੀ ਜਾ ਰਿਹਾ। ਤਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਮੇਰਾ ਨਾਮ ਧੱਕੇ ਨਾਲ ਪਾਇਆ ਜਾ ਰਿਹਾ। ਮੈਂ ਇੱਥੇ ਮੌਜੂਦ ਨਹੀਂ ਸੀਗਾ, ਮੈਂ ਚੰਡੀਗੜ੍ਹ ਹੈ ਹੀ ਨਹੀਂ ਸੀਗਾ, ਤਾਂ ਫਿਰ ਮੇਰਾ ਨਾਮ ਕਿਸ ਤਰ੍ਹਾਂ ਪਾ ਸਕਦੇ ਨੇ? ਨਾ ਮੇਰੀ ਕਿਸੇ ਨਾਲ ਫ਼ੋਨ 'ਤੇ ਗੱਲ ਹੋਈ, ਨਾ ਮੈਂ ਕਿਸੇ ਨੂੰ ਕੁਛ ਕਿਹਾ। ਹੁਣ ਇੱਕ ਜਿਹੜਾ ਸਿਆਸੀ ਤੌਰ ਪੱਧਰ 'ਤੇ ਡਿਵੈਲਪਮੈਂਟ ਵਿੱਚ ਹੁੰਦੀ ਹੈ 2007 ਤੋਂ 12 ਤੱਕ ਡੀਲਿਮਿਟੇਸ਼ਨ ਹੁੰਦੀ ਹੈ ਕੰਸਟੀਚੁਐਂਸੀਜ਼ ਦੀ। ਅਤੇ ਬਠਿੰਡਾ ਜਿਹੜੀ ਲੋਕ ਸਭਾ ਹਲਕਾ ਸੀਗਾ ਉਹ ਪਹਿਲਾਂ ਬਾਦਲਾਂ ਦਾ ਗੜ੍ਹ ਹੁੰਦਾ ਸੀ, ਬਾਦਲਾਂ ਦੀ ਹਲਕਾ ਸੀ, ਉਹ ਰਿਜ਼ਰਵ ਹੋ ਗਿਆ ਅਤੇ ਬਾਦਲਾਂ ਨੂੰ ਸ਼ਿਫਟ ਕਰਨਾ ਪਿਆ ਬਠਿੰਡੇ 2009 ਦੀ ਇਲੈਕਸ਼ਨ ਦੇ ਵਿੱਚ। ਕੈਂਡੀਡੇਟ ਹਰਸਿਮਰਤ ਕੌਰ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਾਈਫ। ਅਤੇ ਮੈਨੂੰ ਹੁਣ ਉੱਥੇ ਡੇਰਾ ਸੱਚਾ ਸੌਦਾ ਦਾ ਬਹੁਤ ਮੰਨਿਆ ਜਾਂਦਾ ਸਟਰੋਂਗ ਬੇਸ ਹੈ ਉਸ ਏਰੀਏ ਦੇ ਵਿੱਚ। ਸਾਰੇ ਮਾਲਵੇ ਵਿੱਚ ਨਾਲ ਲੱਗਦਾ ਜਿੰਨਾ ਏਰੀਆ। ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਇਹਨਾਂ ਨੇ ਉਹਨਾਂ ਤੋਂ ਸਪੋਰਟ ਲਈ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਡੇਰਾ ਸੱਚਾ ਸੌਦਾ ਦੇ ਜਿਹੜਾ ਪੋਲੀਟੀਕਲ ਵਿੰਗ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਆਫਰ ਕੀਤੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਨ ਵਾਸਤੇ ਤਿਆਰ ਹਾਂ। ਹੁਣ ਜੇ ਸਪੋਰਟ ਨਹੀਂ ਸੀ ਲਈ ਅਤੇ ਫਿਰ 2012 ਦੇ ਵਿੱਚ ਅਸੈਂਬਲੀ ਇਲੈਕਸ਼ਨ ਤੋਂ ਠੀਕ 5 ਦਿਨ ਪਹਿਲਾਂ ਉਹ ਜਿਹੜਾ ਕੇਸ 2007 ਵਾਲਾ ਸੀਗਾ ਉਹ ਵਿਡਰਾ ਕਰ ਲਿਆ ਗਿਆ। ਉੱਥੋਂ ਪ੍ਰੂਵ ਹੁੰਦਾ ਹੈ ਕਿ ਇਹਨਾਂ ਨੇ ਸਮਝੌਤਾ ਅੰਦਰੋਂ ਅੰਦਰ ਕੋਈ ਹੋਇਆ ਸੀਗਾ। ਜੇ ਉਹ ਕੇਸ 12 ਦੇ ਵਿੱਚ ਵਿਡਰਾ ਨਾ ਹੁੰਦਾ ਤਾਂ ਹੋ ਸਕਦਾ ਹੈ ਕਿ ਅੱਗੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਇੰਨੀ ਹਿੰਮਤ ਨਾ ਪੈਂਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ 15 ਦੇ ਵਿੱਚ। ਕਿ ਕੋਟਕਪੂਰੇ ਜਿਹੜੀ ਪੁਲਿਸ ਭੇਜੀ ਗਈ ਉਹ ਕਿਹਦੇ ਕਹਿਣ 'ਤੇ ਭੇਜੀ ਗਈ? ਪੁਲਿਸ ਆਪਣੇ ਆਪ ਤਾਂ ਗਈ ਨਹੀਂ, 5 ਜ਼ਿਲ੍ਹਿਆਂ ਦੀ ਪੁਲਿਸ ਗਈ ਹੈ। ਬਾਦਲ ਸਾਹਿਬ ਇਨ ਟੱਚ ਸੀ ਕੋਟਕਪੂਰਾ ਦੀ ਸਿਚੁਏਸ਼ਨ ਦੇ ਨਾਲ। ਰਿਕਾਰਡ ਦਾ ਪਾਰਟ ਆ, ਉਹ ਖੁਦ ਕਹਿੰਦੇ ਮੈਂ ਮੋਨੀਟਰ ਕਰ ਰਿਹਾ ਸੀਗਾ। ਅਤੇ ਕਿਹਦੇ ਕਹਿਣ 'ਤੇ ਪੁਲਿਸ ਭੇਜੀ ਗਈ? ਕੀ ਲੋੜ ਸੀ? ਉਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੇ ਬਠਿੰਡੇ ਦੇ ਵਿੱਚ 5 ਦਿਨ 3 ਦਿਨ ਦਾ ਰੇਲਵੇ ਸਟੇਸ਼ਨ ਬੰਦ ਰੱਖਿਆ, ਬਲੋਕੇਡ ਰੱਖੀ। ਉਹਨਾਂ ਦੀ ਫਿਲਮ MSG ਦਾ ਰੌਲਾ ਸੀਗਾ, ਉਹ ਪੰਜਾਬ ਵਿੱਚ ਬੈਨ ਸੀ, ਉਹ ਬੈਨ ਖੁਲਵਾਉਣਾ ਚਾਹੁੰਦੇ ਸੀ। ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ ਗਿਆ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਟੈਸਟ ਦੇ ਵਿੱਚ ਸਿੱਖ ਸਮਰਥਕ ਬੈਠੇ ਸੀ, ਉਹਨਾਂ ਤੋਂ ਗੋਲੀ ਚਲਵਾਤੀ। ਜਿਹੜਾ FIR ਬਹਿਬਲ ਕਲਾਂ ਦਾ ਰਜਿਸਟਰ ਹੁੰਦਾ ਹੈ ਉਹਦੇ 'ਚ ਕਹਿੰਦੇ ਪੁਲਿਸ ਅਣਪਛਾਤੀ ਸੀ। ਇਹ ਤਾਂ ਪਹਿਲੀ ਵਾਰੀ ਹੋਇਆ ਕਿ ਪੁਲਿਸ ਵੀ ਅਣਪਛਾਤੀ ਸੀ। ਜਦੋਂ ਪੁਲਿਸ ਨੂੰ ਜਾਂਦੀ ਐਕਸ਼ਨ ਵਾਸਤੇ ਜਿਹੜੇ ਆਰਮਸ ਤੇ ਐਮੂਨੀਸ਼ਨ ਦਿੱਤਾ ਜਾਂਦਾ ਹੈ ਉਹ ਤਾਂ ਰਿਕਾਰਡ ਦਾ ਪਾਰਟ ਹੈ, ਉਹ ਦਰਜ ਹੁੰਦਾ ਵੀ ਕਿ ਉਹਨੂੰ ਕੀ ਦਿੱਤਾ ਗਿਆ ਅਤੇ ਕਿੰਨੀਆਂ ਗੋਲੀਆਂ ਦਿੱਤੀਆਂ ਗਈਆਂ। ਅਣਪਛਾਤੀ ਕਿਵੇਂ ਹੋ ਗਈ? ਸੁਖਬੀਰ ਜੀ ਕਮੈਂਟ ਕਰਦੇ ਆ ਜਦੋਂ ਪ੍ਰੋਟੈਸਟ ਲਗਾਤਾਰ ਹੋ ਰਹੇ ਸੀ ਵੀ ਇਹ ਤਾਂ ਵਿਹਲੇ ਲੋਕ ਹੈ, ਪ੍ਰੋਟੈਸਟ ਕਰ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਦਲਾ ਲੈਣ ਵਾਸਤੇ, ਇਨਸਾਫ ਮੰਗ ਰਹੇ ਹੈ, ਤੁਸੀਂ ਉਹਨਾਂ ਨੂੰ ਮਜ਼ਾਕ ਕਰ ਰਹੇ। ਬਾਦਲ ਸਾਹਿਬ ਇੱਕ ਸੈਂਟੈਂਸ 2-3 ਵਾਰ ਯੂਜ਼ ਕਰਦੇ ਆ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਬਰਗਾੜੀ ਮੋਰਚਾ ਲਾ ਕੇ ਬੈਠੇ ਹੈ। ਉਹ ਕਹਿੰਦੇ ਜੀ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਸੀ ਪਹਿਲਾਂ ਵੱਢਾਂਗੇ ਮੋਨੇ ਫਿਰ ਵੱਢਾਂਗੇ ਝੋਨੇ। ਉਹ ਤਾਂ ਇਨਸਾਫ ਮੰਗ ਰਹੇ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਅਟੈਕ ਕਰ ਰਹੇ ਹੋ ਇਹ ਕਹਿ ਕੇ ਵੀ ਇਹ ਤਾਂ ਰੈਡੀਕਲ ਤੇ ਹੈਗੇ ਹੈ ਅਤੇ ਅੱਤਵਾਦੀ ਹੈਗੇ। ਲੋਕਾਂ ਨੇ ਤਾਂ ਇਹਨਾਂ ਨੂੰ ਸਜ਼ਾ ਦੇਤੀ, ਸੀਟਾਂ ਤਾਂ 3 ਰਹਿ ਗਈਆਂ। ਬਾਦਲ ਸਾਹਿਬ ਨੂੰ ਵੀ ਹਰਾਤਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਹਰਾਤਾ। ਕਾਰਨ ਤਾਂ ਉਹਦੇ ਪਿੱਛੇ ਸਾਰਾ ਕੁਝ ਇਹੀ ਚੱਲ ਰਿਹਾ। ਅਤੇ ਹੁਣ ਫਖਰੇ ਕੌਮ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਹੋਣ ਅਤੇ ਉਹਨਾਂ 'ਤੇ ਇਹ ਇਲਜ਼ਾਮ ਲੱਗੇ ਅਤੇ ਮੇਰਾ ਖਿਆਲ ਹੈ ਇਸ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਸ਼ਕਤੀ ਦਾ ਕੇਂਦਰ ਹੈ, ਗਿਆਨ ਦਾ ਕੇਂਦਰ ਹੈ, ਕੋਈ ਬੁੱਤ ਪੂਜਾ ਵਾਲਾ ਕੰਮ ਨਹੀਂ ਹੈ ਕਿ ਇਹਨੂੰ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ। ਉਹਨੂੰ ਸਮਝੋ ਉਹਦੇ 'ਚ ਹੈ ਕੀ ਹੈ। ਜੇ ਹਥਿਆਰ ਚੱਕਣਾ ਹੈ ਨਾ ਉਹਦੇ ਪਿੱਛੇ ਸ਼ਬਦ ਗੁਰੂ ਦੀ ਤਾਕਤ ਹੋਣੀ ਚਾਹੀਦੀ ਹੈ। ਹਥਿਆਰ ਐਵੇਂ ਨਹੀਂ ਚੱਕੇ ਜਾਂਦੇ। ਗ੍ਰੰਥ ਸਾਹਿਬ ਨੂੰ ਅੱਗੇ ਲਾ ਕੇ ਲੜਾਈ ਕੋਈ ਨਹੀਂ ਲੜੀ ਜਾਂਦੀ। ਸੰਤ ਜਰਨੈਲ ਸਿੰਘ ਨੇ ਬਹੁਤ ਵੱਡੀ ਲੜਾਈ ਲੜੀ ਹੈ, ਉਸ ਤੋਂ ਬਾਅਦ ਵੀ ਲੜਾਈ ਲੜੀ ਗਈ, ਕਿਸੇ ਨੇ ਅੱਗੇ ਨਹੀਂ ਸੀ ਲਾਇਆ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਬੀਤੇ ਦਿਨਾਂ ਦੇ ਵਿੱਚ ਜੋ ਕਿ ਚਾਰਜਸ਼ੀਟ ਦਾਖਲ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ, ਉਸ ਨੂੰ ਲੈ ਕੇ ਨਾਮ ਸਾਹਮਣੇ ਆਉਂਦੇ ਨੇ। ਸਾਫ਼ ਤੌਰ ਤੇ ਸਿੱਖ ਕੌਮ ਪਹਿਲਾਂ ਹੀ ਕਹਿੰਦੀ ਹੈ ਕਿ ਇਹ ਮੁਲਜ਼ਮ ਨੇ, ਇਹਨਾਂ ਨੇ ਇਹ ਸਭ ਕੁਝ ਕਰਵਾਇਆ ਸੀ, ਇਹਨਾਂ ਦੀ ਸਰਕਾਰ ਸੀਗੀ, ਇਹ ਉਦੋਂ ਦੇ ਜਿਹੜੇ ਨੇ ਕਰਮਚਾਰੀ ਸੀਗੇ। ਪਰ ਇਸ ਦੇ ਵਿੱਚ ਇੱਕ ਮੋੜ ਆ ਗਿਆ। ਸਿੱਟ ਨੇ ਜਿਹੜੀ ਹੈ ਚਾਰਜਸ਼ੀਟ ਦਾਖਲ ਕੀਤੀ ਹੈ 7000 ਪੰਨਿਆਂ ਦੀ। ਉਸ ਦੇ ਵਿੱਚ ਸਿੱਧਾ ਜਿਹੜਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਤਾਂ ਹੋਰ ਜਿਹੜੇ
ਅਧਿਕਾਰੀ ਸੀ ਉਹਨਾਂ ਦੇ ਨਾਮ ਸਾਹਮਣੇ ਆ ਚੁੱਕੇ ਨੇ। ਤਾਂ ਇਸ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਕਿ ਜੋ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਕਿ ਸਿੱਖ ਕੌਮ ਇਸ ਚੀਜ਼ ਦੇ ਨਾਲ ਸੰਤੁਸ਼ਟ ਹੋ ਜਾਏਗੀ, ਕਿ ਸਿੱਖ ਕੌਮ ਨੂੰ ਇਨਸਾਫ ਮਿਲ ਜਾਵੇਗਾ। ਤਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਸੀਨੀਅਰ ਪੱਤਰਕਾਰ ਨੇ, ਤਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ। ਸਰ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੈਨਲ ਤੇ। ਤਾਂ ਤੁਸੀਂ ਇਸ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ? ਚਾਰਜਸ਼ੀਟ ਦਾਖਲ ਕੀਤੀ ਗਈ ਹੈ ਤਾਂ ਇਹ ਕੀ ਹੈ? ਦੇਖੋ, ਇਹ ਬਹੁਤ 7 ਸਾਲ ਹੋ ਗਏ ਕੇਸ ਨੂੰ। 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ, ਉਹਦੇ ਨਾਲ ਸੰਬੰਧਿਤ ਸਾਰੇ ਕੇਸ ਹੈਗੇ ਆ। ਮੈਂ ਇਨ ਬਰੀਫ ਪਹਿਲਾਂ ਬੈਕਗਰਾਊਂਡ ਦੱਸ ਦਿਆਂ। ਜੀ ਸਰ। 1 ਜੂਨ 2015 ਜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਸੀਗੀ। ਸਿੱਖ ਇਤਿਹਾਸ ਦੇ ਵਿੱਚ ਇਹ ਪਹਿਲਾ ਕੇਸ ਸੀ ਜਦੋਂ ਗ੍ਰੰਥ ਸਾਹਿਬ ਕਿਤੇ ਚੋਰੀ ਹੋਇਆ ਹੋਵੇ। ਅਤੇ ਇਹ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਡਿਪਟੀ CM ਸਰਦਾਰ ਸੁਖਬੀਰ ਸਿੰਘ ਬਾਦਲ ਸੀਗੇ। ਕਿਸੇ ਨੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਮੇਰੇ ਖਿਆਲ ਦੇ ਵਿੱਚ ਕੇਸ ਨੂੰ। ਅਤੇ ਸਡਨਲੀ ਪੋਸਟਰ ਲੱਗਦੇ ਹੈ ਸਤੰਬਰ ਦੇ ਅਖੀਰ ਦੇ ਵਿੱਚ ਆ ਕੇ ਪਿੰਡ ਬੁਰਜ ਔਰ ਪਿੰਡ ਬਰਗਾੜੀ ਬੁਰਜ ਦੇ ਨਾਲ ਹੀ ਹੈ ਪਿੰਡ। ਬਰਗਾੜੀ, ਬੁਰਜ ਅਤੇ ਬਹਿਬਲ, ਇਹ ਤਿੰਨੇ ਪਿੰਡ ਇਕੱਠੇ ਆ। ਚੌਥਾ ਪਿੰਡ ਮੱਲ ਕੇ ਜਿੱਥੇ ਬਾਅਦ ਵਿੱਚ ਬੇਦਬੀ ਹੁੰਦੀ, ਉਹ ਵੀ ਨਾਲ ਹੀ ਇਹਨਾਂ ਦੇ। ਇਹ 4 ਪਿੰਡ ਅੱਗੇ ਪਿੱਛੇ ਸਾਰੇ। ਬੁਰਜ ਔਰ ਬਰਗਾੜੀ 'ਚ ਪੋਸਟਰ ਲੱਗਦੇ ਡੇਰਾ ਸੱਚਾ ਸੌਦਾ ਵੱਲੋਂ, ਜਿਹਦੇ 'ਚ ਸਿੱਖਾਂ ਨੂੰ ਦੇ ਬਾਰੇ ਬਹੁਤ ਭੈੜੀ ਸ਼ਬਦਾਵਲੀ ਵਰਤੀ ਗਈ। ਨਾਲ ਚੈਲੰਜ ਕੀਤਾ ਗਿਆ ਵੀ ਤੁਹਾਡਾ ਗੁਰੂ ਅਸੀਂ ਚੋਰੀ ਕੀਤਾ ਸੀ ਅਤੇ ਬਰਗਾੜੀ ਪਿੰਡ ਦੇ ਵਿੱਚ ਪਾ ਕੇ ਰੱਖਿਆ ਹੋਇਆ, ਤੁਹਾਡੇ ਹਿੰਮਤ ਹੈ ਤਾਂ ਲੈ ਲਓ। ਫਿਰ ਵੀ ਕੁਛ ਨਹੀਂ ਹੋਇਆ। ਫਿਰ ਸਡਨਲੀ 12 ਅਕਤੂਬਰ ਸਵੇਰ ਨੂੰ ਜਦੋਂ ਲੋਕ ਬਰਗਾੜੀ ਦੇ ਉੱਠੇ, ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪਿੰਡ ਦੀ ਗਲੀਆਂ ਦੇ ਵਿੱਚ ਗ੍ਰੰਥ ਸਾਹਿਬ ਦੇ ਪੰਨੇ ਖਿਲਰੇ ਹੋਏ ਸੀਗੇ। ਨੈਚੁਰਲੀ ਸੁੱਖਾ ਤਾਂ ਫਿਰ ਗੁੱਸਾ ਆਉਣਾ ਹੀ ਸੀਗਾ। ਦੁਪਹਿਰ ਨੂੰ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਉਹਨਾਂ ਨੇ ਉਹ ਸਾਰੇ ਪੱਤਰੇ ਇਕੱਠੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ, ਅਤੇ ਕੋਟਕਪੂਰਾ ਜਾ ਕੇ ਧਰਨਾ ਮਾਰਤਾ। ਕੋਟਕਪੂਰਾ ਉੱਥੋਂ 15-20 ਕਿਲੋਮੀਟਰ ਹੈ ਸਾਰਾ। 4 ਤਰੀਕ ਸਵੇਰੇ ਉੱਥੇ ਪੁਲਿਸ ਭੇਜ ਦਿੱਤੀ ਗਈ। ਸਵੇਰੇ 5 ਵਜੇ ਉੱਥੇ ਬੱਚੇ, ਬਜ਼ੁਰਗ, ਜਨਾਨੀਆਂ, ਔਰਤਾਂ ਸਾਰੇ ਹੀ ਬੈਠੇ ਸੀ ਪ੍ਰੋਟੈਸਟ 'ਤੇ। ਸਵੇਰੇ ਪਾਠ ਪੂਠ ਕਰ ਰਹੇ ਸੀਗੇ। ਉੱਥੇ ਗੋਲੀ ਚੱਲੀ। ਉਸ ਤੋਂ ਠੀਕ 3 ਘੰਟੇ ਬਾਅਦ ਬਹਿਬਲ ਪਿੰਡ ਦੇ ਵਿੱਚ, ਜਿੱਥੇ ਡੈਮੋਨਸਟ੍ਰੇਸ਼ਨ, ਉੱਥੇ ਵੀ ਧਰਨਾ ਲੱਗਿਆ ਸੀ, ਉੱਥੇ ਗੋਲੀ ਚੱਲੀ। ਬਹਿਬਲ 2 ਬੰਦੇ ਮਰ ਗਏ ਅਤੇ ਕੋਟਕਪੂਰੇ ਸਵੇਰੇ ਜ਼ਖਮੀ ਹੋਏ ਸੀਗੇ। ਜੇ ਪੁਲਿਸ ਨੂੰ ਕੋਟਕਪੂਰਾ ਗੋਲੀ ਚੱਲਣ ਤੋਂ ਬਾਅਦ ਹਦਾਇਤ ਦੇ ਦਿੱਤੀ ਜਾਂਦੀ ਕਿ ਕੋਈ ਗੜਬੜ ਨਾ ਕਰੋ, ਅਤੇ ਸ਼ਾਇਦ ਬਹਿਬਲ ਕਲਾਂ ਗੋਲੀ ਨਾ ਚੱਲਦੀ, ਰੁਕ ਜਾਂਦਾ। ਸੋ ਇਨ ਬਰੀਫ ਇਹ ਹੈ। ਹੁਣ ਵਰਤਾਰਾ ਹੈ ਕੀ ਹੈ? ਕਈ ਇਨਕੁਆਰੀਆਂ ਹੋਈਆਂ ਅਤੇ ਜਿਹੜੀ ਲਾਸਟ ਜਿਹਦੇ 'ਚ ਆਪਣਾ ਕੋਟਕਪੂਰ ਵਾਲਾ ਕੇਸ ਸੀਗਾ, ਕੰਵਰ ਵਿਜੇ ਪ੍ਰਤਾਪ IG, ਜਿਨ੍ਹਾਂ ਨੇ ਰਿਜ਼ਾਈਨ ਵੀ ਕੀਤਾ ਇਸ ਪ੍ਰੋਟੈਸਟ ਦੇ ਵਿੱਚ, MLA ਬਣੇ। ਪਿੱਛੇ ਬਹੁਤ ਸਮੇਂ ਤੋਂ ਉਹ ਪ੍ਰੈਸ਼ਰ ਬਿਲਡ ਕਰ ਰਹੇ ਹੈ ਕਿ ਇਸ ਕੇਸ ਨੂੰ ਸਿਰੇ ਤੱਕ ਲੈ ਕੇ ਜਾਇਆ ਜਾਵੇ। ਹਾਈ ਕੋਰਟ ਦੇ ਕਹਿਣ 'ਤੇ ਮੁੜ ਕੇ ਫਿਰ ਇੱਕ ISIT ਬਣੀ, ਜਿਹਦੀ ਹੁਣ ਰਿਪੋਰਟ 'ਤੇ ਜਿਹੜੀ ਹੁਣ ਰਿਪੋਰਟ ਸਾਹਮਣੇ ਆਈ ਹੈ, ਅਤੇ ਹੁਣ ਅੱਗੇ ਕੇਸ ਚੱਲਣਾ ਹੈ। ਆਪਾਂ ਇਹ ਨੈਰੇਟਿਵ ਦੇਖੀਏ ਵੀ ਨੈਰੇਟਿਵ ਹੈ ਕੀ ਹੈ, ਇਹ ਬੇਅਦਬੀਆਂ ਕਿਉਂ ਹੋਈਆਂ, ਫਿਰ ਇਹ ਸੀਕੁਐਂਸ ਦੇ ਵਿੱਚ ਗੱਲ ਸਮਝ ਆ ਜਾਏਗੀ। 2007 ਦੇ ਵਿੱਚ, ਮਾਰਚ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਪਾਵਰ 'ਚ ਆਉਂਦੀ ਮੁੜ ਕੇ। ਫਰਵਰੀ 'ਚ ਇਲੈਕਸ਼ਨ ਹੁੰਦੀ ਹੈ ਅਤੇ ਫਰਵਰੀ ਦੇ ਅਖੀਰ 'ਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਸਰਕਾਰ ਬਣ ਜਾਂਦੀ ਹੈ। ਕੁਛ ਦਿਨਾਂ ਬਾਅਦ, ਮਹੀਨੇ ਕੁ ਬਾਅਦ, ਡੇਰਾ ਸੱਚਾ ਸੌਦਾ ਦਾ ਗੁਰਮੀਤ ਰਾਮ ਰਹੀਮ, ਜਿਹੜਾ ਉਹਨਾਂ ਦਾ ਮੁਖੀ ਹੈ, ਉਹਦਾ ਇਸ਼ਤਿਹਾਰ ਛਪਦਾ ਅਖਬਾਰਾਂ, ਜਿਹਦੇ ਵਿੱਚ ਉਹਨੇ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਸਵਾਂਗ ਰਚਿਆ ਹੋਇਆ ਆਪਣਾ, ਅਤੇ ਅੰਮ੍ਰਿਤ ਤਿਆਰ ਕਰ ਰਿਹਾ। ਸਿੱਖਾਂ ਦੇ ਵਿੱਚ ਵਰਚੁਅਲੀ ਅੱਗ ਲੱਗਣ ਵਾਲੀ ਗੱਲ ਸੀਗੀ। ਸਾਰੇ ਪੰਜਾਬ 'ਚ ਰੌਲਾ ਪੈ ਗਿਆ, ਡੈਮੋਨਸਟ੍ਰੇਸ਼ਨ ਹੋਈਆਂ, ਵਾਇਲੈਂਸ ਹੋਈ। ਇੱਕ ਕੇਸ ਕਿਸੇ ਨੇ ਸ਼ਿਕਾਇਤ ਕਰਤੀ ਬਠਿੰਡੇ 'ਚ
ਪੁਲਿਸ ਕੋਲ, ਉਹ ਕੇਸ ਰਜਿਸਟਰ ਹੋ ਗਿਆ। ਨਾਲ ਹੀ ਅਕਾਲ ਤਖਤ ਵੱਲੋਂ ਡੇਰਾ ਸੱਚਾ ਸੌਦਾ ਦੇ ਖਿਲਾਫ ਹੁਕਮਨਾਮਾ ਆ ਗਿਆ। ਕੇਸ ਤਾਂ ਰਜਿਸਟਰ ਹੋ ਗਿਆ, ਉਸ ਤੋਂ ਬਾਅਦ ਉਹ 'ਤੇ ਕੋਈ ਕਾਰਵਾਈ 5 ਸਾਲ ਨਹੀਂ ਹੋਈ। ਹੁਣ ਇੱਕ ਜਿਹੜਾ ਸਿਆਸੀ ਤੌਰ ਪੱਧਰ 'ਤੇ ਡਿਵੈਲਪਮੈਂਟ ਵਿੱਚ ਹੁੰਦੀ ਹੈ 2007 ਤੋਂ 12 ਤੱਕ ਡੀਲਿਮਿਟੇਸ਼ਨ ਹੁੰਦੀ ਹੈ ਕੰਸਟੀਚੁਐਂਸੀਜ਼ ਦੀ। ਅਤੇ ਬਠਿੰਡਾ ਜਿਹੜੀ ਲੋਕ ਸਭਾ ਹਲਕਾ ਸੀਗਾ ਉਹ ਪਹਿਲਾਂ ਬਾਦਲਾਂ ਦਾ ਗੜ੍ਹ ਹੁੰਦਾ ਸੀ, ਬਾਦਲਾਂ ਦੀ ਹਲਕਾ ਸੀ ਇਹ, ਉਹ ਰਿਜ਼ਰਵ ਹੋ ਗਿਆ ਅਤੇ ਬਾਦਲਾਂ ਨੂੰ ਸ਼ਿਫਟ ਕਰਨਾ ਪਿਆ ਬਠਿੰਡੇ 2009 ਦੀ ਇਲੈਕਸ਼ਨ ਦੇ ਵਿੱਚ। ਕੈਂਡੀਡੇਟ ਹਰਸਿਮਰਤ ਕੌਰ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਾਈਫ। ਅਤੇ ਮੈਨੂੰ ਹੁਣ ਉੱਥੇ ਡੇਰਾ ਸੱਚਾ ਸੌਦਾ ਦਾ ਬਹੁਤ ਮੰਨਿਆ ਜਾਂਦਾ ਸਟਰੋਂਗ ਬੇਸ ਹੈ ਉਸ ਏਰੀਏ ਦੇ ਵਿੱਚ, ਸਾਰੇ ਮਾਲਵੇ 'ਚ ਨਾਲ ਲੱਗਦਾ ਜਿੰਨਾ ਏਰੀਆ ਹੈ। ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਇਹਨਾਂ ਨੇ ਉਹਨਾਂ ਤੋਂ ਸਪੋਰਟ ਲਈ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਡੇਰਾ ਸੱਚਾ ਸੌਦਾ ਦੇ ਜਿਹੜਾ ਪੋਲੀਟੀਕਲ ਵਿੰਗ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਆਫਰ ਕੀਤੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਨ ਵਾਸਤੇ ਤਿਆਰ ਹਾਂ। ਹੁਣ ਜੇ ਸਪੋਰਟ ਨਹੀਂ ਸੀ ਲਈ ਅਤੇ ਫਿਰ 2012 ਦੇ ਵਿੱਚ ਅਸੈਂਬਲੀ ਇਲੈਕਸ਼ਨ ਤੋਂ ਠੀਕ 5 ਦਿਨ ਪਹਿਲਾਂ ਉਹ ਜਿਹੜਾ ਕੇਸ 2007 ਵਾਲਾ ਸੀਗਾ ਉਹ ਵਿਡਰਾ ਕਰ ਲਿਆ ਗਿਆ। ਉੱਥੋਂ ਪ੍ਰੂਵ ਹੁੰਦਾ ਹੈ ਕਿ ਇਹਨਾਂ ਨੇ ਸਮਝੌਤਾ ਅੰਦਰੋਂ ਅੰਦਰ ਕੋਈ ਹੋਇਆ ਸੀਗਾ। ਜੇ ਉਹ ਕੇਸ 12 ਦੇ ਵਿੱਚ ਵਿਡਰਾ ਨਾ ਹੁੰਦਾ ਤਾਂ ਹੋ ਸਕਦਾ ਹੈ ਕਿ ਅੱਗੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਇੰਨੀ ਹਿੰਮਤ ਨਾ ਪੈਂਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ 15 ਦੇ ਵਿੱਚ। ਸਰ, ਇਸ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਕਿ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਕੇਸ ਵਾਪਸ ਲੈ ਲਿਆ ਗਿਆ ਸੀਗਾ, ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੁੰਦੀ ਹੈ। ਸਾਫ਼ ਤੌਰ 'ਤੇ ਸਿੱਖ ਕੌਮ ਕਹਿੰਦੀ ਸੀ ਕਿ ਇਹਨਾਂ ਨੇ ਸਭ ਕੁਝ ਕਰਵਾਇਆ। ਹੁਣ ਚਾਰਜਸ਼ੀਟ ਦੇ ਵਿੱਚ ਨਾਮ ਵੀ ਦਾਖਲ ਕਰ ਦਿੱਤੇ ਗਏ ਨੇ, ਦੱਸਿਆ ਵੀ ਜਾ ਰਿਹਾ। ਤਾਂ ਸੁਖਬੀਰ ਸਿੰਘ ਬਾਦਲੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਮੇਰਾ ਨਾਮ ਧੱਕੇ ਨਾਲ ਪਾਇਆ ਜਾ ਰਿਹਾ, ਮੈਂ ਇੱਥੇ ਮੌਜੂਦ ਨਹੀਂ ਸੀਗਾ, ਮੈਂ ਚੰਡੀਗੜ੍ਹ ਹੈ ਹੀ ਨਹੀਂ ਸੀਗਾ, ਤਾਂ ਫਿਰ ਮੇਰਾ ਨਾਮ ਕਿਸ ਤਰ੍ਹਾਂ ਪਾ ਸਕਦੇ ਨੇ? ਨਾ ਮੇਰੀ ਕਿਸੇ ਨਾਲ ਫੋਨ 'ਤੇ ਗੱਲ ਹੋਈ, ਨਾ ਮੈਂ ਕਿਸੇ ਨੂੰ ਕੁਛ ਕਿਹਾ। ਨਹੀਂ, ਇਹ ਤਾਂ ਟੈਕਨੀਕਲ ਗੱਲਾਂ ਜੀ, ਇਹ ਤਾਂ ਕੋਰਟ ਦੇ ਵਿੱਚ ਫੈਸਲੇ ਹੋਣਗੇ। ਆਪਾਂ ਤਾਂ ਇਹਦੇ ਬਾਰੇ ਕਮੈਂਟ ਕਰ ਹੀ ਨਹੀਂ ਸਕਦੇ ਉਹ ਸੀ ਇੱਥੇ ਸੀ ਜਾਂ ਨਹੀਂ ਸੀ। ਇਹ ਤਾਂ ਆਪਣਾ ਚਲਾਨ ਦਾ ਪਾਰਟ ਹੈਗਾ, ਉੱਥੇ ਕੇਸ ਚੱਲੇਗਾ, ਉੱਥੇ ਦੇਖਾ ਜਾਏਗਾ ਆਪਾਂ ਕੀ ਲੈਣੇ ਇਸ ਗੱਲ ਤੋਂ ਵੀ ਉੱਥੇ ਸੀ ਜਾਂ ਨਹੀਂ। ਆਪਣਾ ਬਹਿਸ ਦਾ ਵਿਸ਼ਾ ਹੈ ਹੋ ਹੀ ਨਹੀਂ ਸਕਦਾ। ਹਾਂਜੀ, ਗੱਲ ਇਹ ਹੈ ਕਿ ਨੈਰੇਟਿਵ ਕੀ ਹੈ। ਜਿਹੜੀ ਗੱਲ ਮੈਂ ਪਹਿਲਾਂ ਸ਼ੁਰੂ ਕੀਤੀ ਹੈ ਬਈ ਜੇ 12 ਦੇ ਵਿੱਚ ਕੇਸ ਵਾਪਸ ਨਾ ਲਿਆ ਜਾਂਦਾ ਅਤੇ 15 ਦੇ ਵਿੱਚ ਇਹ ਕੁਛ ਨਹੀਂ ਸੀ ਵਾਪਰਨਾ। ਮੈਂ ਉੱਥੇ ਆਉਣ ਲੱਗਿਆ। 15 ਦੇ ਵਿੱਚ ਆਪਣੇ ਜਿਹੜਾ ਇਹ ਹੁਕਮਨਾਮਾ ਇਹਨਾਂ ਦੇ ਖਿਲਾਫ ਇਸ਼ੂ ਹੋਇਆ ਸੀ ਡੇਰਾ ਸੱਚਾ ਸੌਦਾ ਦੇ ਖਿਲਾਫ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਜਥੇਦਾਰਾਂ ਦੀ ਮੀਟਿੰਗ, ਅਕਾਲ ਤਖਤ ਦੇ ਜਥੇਦਾਰ ਅਤੇ ਬਾਕੀ ਜਥੇਦਾਰਾਂ ਦੀ ਮੀਟਿੰਗ ਆਪਣੇ ਘਰ ਕਰਦੀ ਹੈ। ਅਤੇ ਉਸ ਤੋਂ ਬਾਅਦ ਉਹ ਹੁਕਮਨਾਮਾ ਵਾਪਸ ਲੈ ਲਿਆ ਜਾਂਦਾ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦੇ ਦਿੱਤੀ ਜਾਂਦੀ ਹੈ। ਉਹਦਾ ਫਿਰ ਬਹੁਤ ਵੱਡਾ ਗੁੱਸਾ ਸਿੱਖ ਪੰਥ ਦੇ ਵਿੱਚ ਉੱਭਰਦਾ ਨਜ਼ਰ ਆਉਂਦਾ ਹੈ। SGPC ਨੇ ਉਸ ਹੁਕਮਨਾਮੇ ਨੂੰ, ਮਾਫੀ ਦੇ ਨੂੰ ਡਿਫੈਂਡ ਕੀਤਾ। 90 ਲੱਖ ਰੁਪਈਆ ਖਰਚ ਕੇ ਇਸ਼ਤਿਹਾਰ ਦਿੱਤੇ ਅਖਬਾਰਾਂ ਦੇ ਵਿੱਚ। SGPC ਬਾਦਲ ਪਰਿਵਾਰ ਕੋਲ ਹੈ, ਅਕਾਲੀ ਦਲ ਕੋਲ ਹੈ। ਜਦੋਂ ਗੁੱਸਾ ਵਧਿਆ ਪੰਥ ਦਾ ਅਤੇ ਉਹ ਹੁਕਮਨਾਮਾ ਜਥੇਦਾਰਾਂ ਨੂੰ ਵਾਪਸ ਲੈਣਾ ਪਿਆ। ਉਹ ਨੈਰੇਟਿਵ ਹੈ ਜਿੱਥੇ ਇਹਨਾਂ ਦਾ ਕਸੂਰ ਹੈ। ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਬੇਅਦਬੀ ਕਰਾਈ, ਨਹੀਂ, ਜਾਂ ਗੋਲੀ ਦੇ ਚਲਾਉਣ ਦੇ ਆਰਡਰ ਦਿੱਤੇ, ਨਹੀਂ। ਹੁਣ ਮੈਂ ਲਗਾਤਾਰ ਇਹ ਗੱਲ ਮੇਨਟੇਨ ਕਰਦਾ ਕਿ ਕੋਟਕਪੂਰੇ ਜਿਹੜੀ ਪੁਲਿਸ ਭੇਜੀ ਗਈ ਉਹ ਕਿਹਦੇ ਕਹਿਣ 'ਤੇ ਭੇਜੀ ਗਈ? ਪੁਲਿਸ ਆਪਣੇ ਆਪ ਤਾਂ ਗਈ ਨਹੀਂ, 5 ਜ਼ਿਲ੍ਹਿਆਂ ਦੀ ਪੁਲਿਸ ਗਈ ਹੈ। ਬਾਦਲ ਸਾਹਿਬ ਇਨ ਟੱਚ ਸੀ ਕੋਟਕਪੂਰਾ ਦੀ ਸਿਚੁਏਸ਼ਨ ਦੇ ਨਾਲ। ਰਿਕਾਰਡ ਦਾ ਪਾਰਟ ਉਹ ਖੁਦ ਕਹਿੰਦੇ ਮੈਂ ਮੋਨੀਟਰ ਕਰ ਰਿਹਾ ਸੀਗਾ। ਅਤੇ ਕਿਹਦੇ ਕਹਿਣ 'ਤੇ ਪੁਲਿਸ ਭੇਜੀ ਗਈ? ਕੀ ਲੋੜ ਸੀ? ਜਦ ਕਿ ਉਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੇ ਬਠਿੰਡੇ ਦੇ ਵਿੱਚ 5 ਦਿਨ 3 ਦਿਨ ਦਾ ਰੇਲਵੇ ਸਟੇਸ਼ਨ ਬੰਦ ਰੱਖਿਆ, ਬਲੋਕੇਡ ਰੱਖੀ। ਉਹਨਾਂ ਦੀ ਫਿਲਮ MSG ਦਾ ਰੌਲਾ ਸੀਗਾ, ਉਹ ਪੰਜਾਬ ਵਿੱਚ ਬੈਨ ਸੀ, ਉਹ ਬੈਨ ਖੁਲਵਾਉਣਾ ਚਾਹੁੰਦੇ ਸੀ। ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ ਗਿਆ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਟੈਸਟ ਦੇ ਵਿੱਚ ਸਿੱਖ ਸਮਰਥਕ ਬੈਠੇ ਸੀ, ਉਹਨਾਂ 'ਤੇ ਗੋਲੀ ਚਲਵਾਤੀ। ਡੇਰਾ ਸੱਚਾ ਸੌਦਾ ਤੋਂ ਕੁਛ ਦਿਨ ਪਹਿਲਾਂ ਕਿਸਾਨ ਯੂਨੀਅਨ ਨੇ ਮਾਨਸਾ ਰੇਲਵੇ ਸਟੇਸ਼ਨ 1 ਹਫ਼ਤਾ ਬਲੋਕ ਰੱਖਿਆ ਸੀਗਾ। ਬਹੁਤ ਵੱਡੀ ਡੈਮੋਨਸਟ੍ਰੇਸ਼ਨ ਸੀ, ਉੱਥੇ ਕੋਈ ਐਕਸ਼ਨ ਨਹੀਂ ਸਰਕਾਰ ਨੇ ਕੀਤਾ। ਇੱਥੇ ਲੋੜ ਕੀ ਪੈ ਗਈ? ਇਹ ਗੱਲਾਂ ਜਵਾਬ ਮੰਗਦੀਆਂ। ਚਲੋ ਸਾਰਾ ਕੁਛ ਹੋ ਗਿਆ। ਜਿਹੜਾ FIR ਬਹਿਬਲ ਕਲਾਂ ਦਾ ਰਜਿਸਟਰ ਹੁੰਦਾ ਉਹਦੇ 'ਚ ਕਹਿੰਦੇ ਪੁਲਿਸ ਅਣਪਛਾਤੀ ਸੀ।
ਇਹ ਤਾਂ ਪਹਿਲੀ ਵਾਰੀ ਹੋਇਆ ਕਿ ਪੁਲਿਸ ਵੀ ਅਣਪਛਾਤੀ ਸੀ। ਜਦੋਂ ਪੁਲਿਸ ਨੂੰ ਜਾਂਦੀ ਐਕਸ਼ਨ ਵਾਸਤੇ ਜਿਹੜੇ ਆਰਮਸ ਤੇ ਐਮੂਨੀਸ਼ਨ ਦਿੱਤਾ ਜਾਂਦਾ ਹੈ, ਉਹ ਤਾਂ ਰਿਕਾਰਡ ਦਾ ਪਾਰਟ ਹੈ, ਉਹ ਦਰਜ ਹੁੰਦਾ ਵੀ ਕਿ ਇਹਨੂੰ ਕੀ ਦਿੱਤਾ ਗਿਆ ਅਤੇ ਕਿੰਨੀਆਂ ਗੋਲੀਆਂ ਦਿੱਤੀਆਂ ਗਈਆਂ। ਅਣਪਛਾਤੀ ਕਿਵੇਂ ਹੋ ਗਈ? ਕੋਈ ਜਵਾਬ ਤਾਂ ਦੇਵੇ ਨਾ ਇਸ ਚੀਜ਼ ਦਾ। ਉਹ ਹੁਣ ਚਲਾਣ ਦੇ ਵਿੱਚ ਜਵਾਬ ਆ ਜਾਣਗੇ। ਹੁਣ ਸਿਆਸੀ ਪੱਧਰ 'ਤੇ ਹੁਣ ਕੀ ਹੁੰਦਾ? ਸੁਖਬੀਰ ਜੀ ਕਮੈਂਟ ਕਰਦੇ ਆ ਜਦੋਂ ਪ੍ਰੋਟੈਸਟ ਲਗਾਤਾਰ ਹੋ ਰਹੇ ਸੀ ਵੀ ਇਹ ਤਾਂ ਵਿਹਲੇ ਲੋਕ ਹੈ, ਪ੍ਰੋਟੈਸਟ ਕਰ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਦਲਾ ਲੈਣ ਵਾਸਤੇ, ਇਨਸਾਫ ਮੰਗ ਰਹੇ ਹੈ, ਤੁਸੀਂ ਉਹਨਾਂ ਨੂੰ ਮਜ਼ਾਕ ਕਰ ਰਹੇ ਹੋ। ਜਦੋਂ ਚੱਬੇ ਇਕੱਠ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਪੈਰਲਲ ਆਪਣੀਆਂ ਕਾਨਫਰੰਸਾਂ ਸਦਭਾਵਨਾ ਕਾਨਫਰੰਸਾਂ ਸ਼ੁਰੂ ਕੀਤੀਆਂ। ਸਿੱਖ ਇਨਸਾਫ ਮੰਗ ਰਹੇ ਹੈ ਅਤੇ ਉਹਨਾਂ ਦੇ ਕਾਊਂਟਰ ਦੇ ਵਿੱਚ ਅਕਾਲੀ ਦਲ ਕਾਨਫਰੰਸਾਂ ਕਰ ਰਿਹਾ। ਸੋ ਇਹ ਭਾਣਾ ਲਗਾਤਾਰ ਵਾਪਰਿਆ। ਮੈਂ ਹੁਣ 2028 ਦੇ ਵਿੱਚ 2018 ਦੇ ਵਿੱਚ ਆਉਣਾ, ਜਦੋਂ ਬਰਗਾੜੀ ਮੋਰਚਾ ਲੱਗਦਾ 1 ਜੂਨ ਨੂੰ, ਆਪਣਾ ਭਾਈ ਧਿਆਨ ਸਿੰਘ ਮਾਂਡੂਰੀ ਇਹਨਾਂ ਦੀ ਅਗਵਾਈ ਦੇ ਵਿੱਚ, ਅਤੇ ਬਾਦਲ ਸਾਹਿਬ 17 ਦੀ ਇਲੈਕਸ਼ਨ ਤੋਂ ਬਾਅਦ ਵਰਚੁਅਲੀ ਪਿੰਡ ਜਾ ਕੇ ਬੈਠ ਗਏ ਸੀਗੇ। ਅਗਲੇ ਦਿਨ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਬਠਿੰਡੇ ਹੁੰਦੀ ਹੈ, ਜਿਹਦੇ 'ਚ ਬਾਦਲ ਸਾਹਿਬ ਵੀ ਹੁੰਦੇ ਹੈ। ਬਾਦਲ ਸਾਹਿਬ ਇੱਕ ਸੈਂਟੈਂਸ 2-3 ਵਾਰ ਯੂਜ਼ ਕਰਦੇ ਹੈ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਬਰਗਾੜੀ ਮੋਰਚਾ ਲਾ ਕੇ ਬੈਠੇ ਹੈ। ਉਹ ਕਹਿੰਦੇ ਜੀ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਸੀ ਪਹਿਲਾਂ ਵੱਢਾਂਗੇ ਮੋਨੇ ਫਿਰ ਵੱਢਾਂਗੇ ਝੋਨੇ। ਉਹ ਤਾਂ ਇਨਸਾਫ ਮੰਗ ਰਹੇ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਅਟੈਕ ਕਰ ਰਹੇ ਹੋ ਇਹ ਕਹਿ ਕੇ ਵੀ ਇਹ ਤਾਂ ਰੈਡੀਕਲ ਤੇ ਹੈਗੇ ਹੈ ਅਤੇ ਅੱਤਵਾਦੀ ਹੈਗੇ। ਸਿਆਸਤ ਵੀ ਕਿੱਥੇ ਜਾ ਰਹੀ ਹੈ? ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਫਿਰ ਕਾਨਫਰੰਸਾਂ ਸ਼ੁਰੂ ਕੀਤੀਆਂ, ਜਿਹਦੇ 'ਚ ਵਾਰ-ਵਾਰ ਉਹ ਰਿਕਾਰਡ ਦਾ ਪਾਰਟ ਹੈ ਸਾਰਾ। ਬਾਦਲ ਸਾਹਿਬ ਨੇ ਇਹੀ ਸੈਂਟੈਂਸ ਦੁਹਰਾਇਆ। ਸੋ ਇਹ ਗੱਲ ਇੱਥੇ ਤੱਕ ਚੱਲੀ ਹੈ। ਗੱਲ ਸਿਰਫ ਕਾਨੂੰਨੀ ਜਾਂ ਕੋਰਟ ਦੀ ਨਹੀਂ ਹੈ, ਗੱਲ ਸਿਆਸੀ ਵੀ ਹੈ ਬਈ ਇਹਨਾਂ ਨੇ ਇਸ ਸਾਰੇ ਮਸਲੇ ਨੂੰ, ਸਾਰੇ ਨੈਰੇਟਿਵ ਨੂੰ ਬਾਦਲ ਪਰਿਵਾਰ ਨੇ ਕਿਵੇਂ ਲਿਆ। ਜੀ ਸਰ, ਇਸ ਦੇ ਵਿੱਚ ਚਲਾਇਆ ਜਾ ਰਿਹਾ ਸੀ, ਹੁਣ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਤਾਂ ਕੀ ਲੱਗਦਾ ਉਹ ਪੂਰੇ ਹੌਸਲੇ ਦੇ ਨਾਲ ਕਹਿੰਦੇ ਨੇ, ਕੌਨਫੀਡੈਂਸ ਦੇ ਨਾਲ ਕਹਿੰਦੇ ਨੇ ਕਿ ਪਹਿਲਾਂ ਵੀ ਪਾਇਆ ਸੀਗਾ ਕੁਮਵੇ ਪ੍ਰਤਾਪ ਨੇ, ਕੋਰਟ ਨੇ ਰਿਜੈਕਟ ਕਰ ਦਿੱਤੀ, ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ, ਤਾਂ ਤੁਸੀਂ ਕਿਵੇਂ ਦੇਖਦੇ ਹੋ? ਤਾਂ ਹੁਣ ਵੀ ਕੋਰਟ ਦੇ ਵਿੱਚ ਹੈ ਕਿ ਕੋਰਟ ਰਿਜੈਕਟ ਕਰ ਦੇਣਗੇ ਜਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਉਹ ਕੌਨਫੀਡੈਂਸ ਦੇ ਨਾਲ ਕਹਿ ਰਹੇ ਨੇ? ਨਹੀਂ, ਫਿਰ ਜੇ ਕੋਰਟ ਰਿਜੈਕਟ ਕਰ ਦੇਗੀ ਤਾਂ ਫਿਰ ਤਾਂ ਇਹਨਾਂ ਨੂੰ ਇੰਨੇ ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ। ਫਿਰ ਤਾਂ ਲੀਗਲ ਆਪਦੀ ਲੜਾਈ ਲੜਨ, ਅਤੇ ਜਿਵੇਂ ਪਹਿਲਾਂ ਕੋਰਟ ਨੇ ਰਿਜੈਕਟ ਕਰਤਾ ਹੁਣ ਵੀ ਹੋ ਜਾਏਗਾ। ਫਿਰ ਤਾਂ ਇਹ ਤਕੜੇ ਹੋ ਕੇ ਨਿਕਲਣਗੇ ਰਾਦਰ। ਜੇ ਇਹਨਾਂ ਦੇ ਖਿਲਾਫ ਇਹ ਚਾਰਜਸ਼ੀਟ ਰਿਜੈਕਟ ਹੋ ਜਾਂਦੀ ਹੈ, ਇਹ ਤਾਂ ਇਹਨਾਂ ਵਾਸਤੇ ਵਰਦਾਨ ਹੋਏਗਾ ਵੀ ਜਿੰਨੇ ਇਹਨਾਂ 'ਤੇ ਚਾਰਜ ਲੱਗੇ ਹੁਣ ਤੱਕ ਉਹ ਸਾਰੇ ਵਾਸ਼ ਆਊਟ ਹੋ ਜਾਣਗੇ। ਇਹਨਾਂ ਦਾ ਫਿਰ ਬੋਰਡਰਲੀ ਇਹ ਕੇਸ ਫੇਸ ਕਰਨਾ ਚਾਹੀਦਾ। ਕੋਰਟਸ ਜਾਣ, ਕਹਿਣ ਵੀ ਅਸੀਂ ਇਨੋਸੈਂਟ ਹੈ ਅਤੇ ਆਪਣਾ ਕੇਸ ਲੜਨ, ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ। ਇਹ ਤਾਂ ਕਹਿ ਰਹੇ ਵੀ ਸਾਡੀ ਕੱਲ੍ਹ ਜਿਹੜੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਕਿਹਾ ਵੀ ਪ੍ਰੋਸੀਕਿਊਸ਼ਨ ਨਹੀਂ ਪਰਸੀਕਿਊਸ਼ਨ ਹੈ। ਜੇ ਪਰਸੀਕਿਊਸ਼ਨ ਕਹਿਣਾ ਹੈ ਇਹਦਾ ਮਤਲਬ ਹੈ ਕਿ ਤੁਸੀਂ ਹਿੱਲ ਗਏ, ਫਿਰ ਕੋਈ ਗੜਬੜ ਹੈਗੀ ਹੈ। ਜੇ ਇਨੋਸੈਂਟ ਹੈ ਫਿਰ ਤੁਸੀਂ ਬੋਰਡਰਲੀ ਫੇਸ ਕਰੋ, ਕਹੋ ਵੀ ਸਾਡੇ ਖਿਲਾਫ ਸਿਆਸੀ ਬਦਲਾਖੋਰੀ ਨਾਲ ਕੇਸ ਪਾਇਆ ਗਿਆ ਅਤੇ ਅਸੀਂ ਕਚਹਿਰੀ ਦੇ ਵਿੱਚ ਲੜਾਈ ਲੜਾਂਗੇ। ਤਾਂ ਇਸ ਦੇ ਵਿੱਚ ਲੜਾਈ ਲੜੀ ਜਾ ਸਕਦੀ ਹੈ, ਡਰਨ ਦੀ ਉਹਨਾਂ ਨੂੰ ਲੋੜ ਨਹੀਂ ਹੈਗੀ। ਤਾਂ ਕੌਮ ਤਾਂ ਇਹ ਕਹਿ ਰਹੀ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੈਗੇ, ਇਹ ਸ਼ਾਮਲ ਨੇ, ਇਹਨਾਂ ਨੇ ਕਰਵਾਇਆ ਸਾਰਾ ਕੁਛ। ਸੰਗਤ ਖੁਸ਼ੀ ਮਨਾ ਰਹੀ ਹੈ ਕਿ ਖੁਸ਼ੀ ਮਨਾਉਣੀ ਚਾਹੀਦੀ ਹੈ ਇਹਨਾਂ ਨੂੰ, ਜਾਂ ਫਿਰ ਚਲਾਨ ਤੋਂ ਬਾਅਦ ਸਾਰਾ ਕੁਛ ਪਤਾ ਲੱਗੇਗਾ ਜਿਹੜਾ 6 ਤਰੀਕ ਨੂੰ ਰਿਜ਼ਲਟ ਆਏਗਾ ਕੀ ਉਸ ਦੇ ਵਿੱਚ ਨਿਕਲਦਾ? ਪਬਲਿਕ ਪਰਸੈਪਸ਼ਨ ਦੇ ਵਿੱਚ ਇਹ ਗੁਨਾਹਗਾਰ ਹੈਗੇ ਹੈ। ਜਿਹੜਾ ਮੈਂ ਤੁਹਾਨੂੰ ਨੈਰੇਟਿਵ ਦੱਸਿਆ ਹੈ ਉਹਦੇ ਤਾਂ ਗੁਨਾਹਗਾਰ ਬਣਦੇ ਹੈ। ਟੈਕਨੀਕਲੀ ਗੱਲ ਹੋਰ ਹੁੰਦੀ ਹੈ, ਲੇਕਿਨ ਜਿਹੜੀ ਮੋਟੀ ਗੱਲ ਹੈਗੀ ਹੈ ਉਹ ਗੱਲਾਂ ਜਵਾਬ ਮੰਗਦੀ ਹੈ ਵੀ ਅਣਪਛਾਤੇ ਪੁਲਿਸ ਕਿੱਥੋਂ ਆਊਗੀ, ਜਾਂ ਬਾਦਲ ਸਾਹਿਬ ਨੇ ਇੰਨੀ ਮਰਿਆਦਾ ਦੀ ਵਾਇਲੇਸ਼ਨ ਕਰਕੇ ਘਰ ਜਥੇਦਾਰਾਂ ਨੂੰ ਦੀ ਮੀਟਿੰਗ ਕਿਉਂ ਕੀਤੀ, ਕਾਹਦੇ ਵਾਸਤੇ ਕੀਤੀ? ਉਹ ਸ਼ੇਅਰ ਤਾਂ ਕਰਨ ਲੋਕਾਂ ਦੇ ਨਾਲ। ਅਤੇ ਜਿਹੜੇ ਸਿੱਖ ਇਨਸਾਫ ਮੰਗ ਰਹੇ ਸੀਗੇ ਗੁਰੂ ਗ੍ਰੰਥ ਸਾਹਿਬ ਦਾ, ਉਹਨਾਂ ਦਾ ਮਜ਼ਾਕ ਕਿਉਂ ਉਡਾ ਰਹੇ ਸੀ? ਇਹ ਗੱਲਾਂ ਜਵਾਬ ਮੰਗਦੀਆਂ। ਹਾਂਜੀ, ਸੋ ਇਹ ਸਿਆਸੀ ਮਸਲਾ ਨਾਲ ਪੈਰਲਲ ਹੈ। ਲੋਕਾਂ ਨੇ ਤਾਂ ਇਹਨਾਂ ਨੂੰ ਸਜ਼ਾ ਦੇ ਦਿੱਤੀ, ਸੀਟਾਂ ਤਾਂ 3 ਰਹਿ ਗਈਆਂ। ਬਾਦਲ ਸਾਹਿਬ ਨੂੰ ਵੀ ਹਰਾਤਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਹਰਾਤਾ। ਕਾਰਨ ਤਾਂ ਉਹਦੇ ਪਿੱਛੇ ਸਾਰਾ ਕੁਝ ਇਹੀ ਚੱਲ ਰਿਹਾ ਹਾਂਜੀ। ਅਤੇ ਹੁਣ ਫਖਰੇ ਕੌਮ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਹੋਣ ਅਤੇ ਉਹਨਾਂ 'ਤੇ ਇਹ ਇਲਜ਼ਾਮ ਲੱਗੇ
ਤੇ ਮੇਰਾ ਖਿਆਲ ਹੈ ਇਸ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ ਹੈ। ਜੀ, ਇਸ ਦੇ ਵਿੱਚ ਅੰਮ੍ਰਿਤਪਾਲ ਦੀ ਵੀ ਗੱਲ ਐਡ ਕਰਨੀ ਚਾਹਾਂਗੇ। ਬੜਾ ਮੁੱਦਾ ਚੁੱਕਿਆ ਜਾ ਰਿਹਾ ਕਿ ਅੰਮ੍ਰਿਤਪਾਲ ਗੁਰੂ ਨੂੰ ਅੱਗੇ ਲਾ ਕੇ ਲੈ ਕੇ ਗਏ, ਗੁਰੂ ਦਾ ਜਿਹੜਾ ਢਾਲ ਲਿਆ ਕਿ ਗੁਰੂ ਨੂੰ ਅੱਗੇ ਲਾਇਆ, ਪੁਲਿਸ ਤੇ ਹਮਲਾ ਕਰ ਦਿੱਤਾ। ਉਸ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਬੇਅਦਬੀ ਬੜੀ ਵੱਡੀ ਕਰਤੀ ਉਹਨਾਂ ਨੇ। ਮੈਂ 78 ਤੋਂ ਪੰਜਾਬ ਕਵਰ ਮੈਂ ਜਰਨਲਿਸਟ ਬਣਿਆ 78 ਤੋਂ, ਔਰ ਅਰਲੀ 79 ਤੋਂ ਪੰਜਾਬ ਕਵਰ ਕਰ ਰਿਹਾ। ਮੈਂ ਬੜੇ ਮੁਜ਼ਾਹਰੇ ਦੇਖੇ, ਧਰਮ ਯੁੱਧ ਮੋਰਚਾ ਵੀ ਦੇਖਿਆ, ਉਸ ਤੋਂ ਬਾਅਦ ਵੀ ਬਹੁਤ ਕੁਝ ਦੇਖਿਆ। ਮੇਰੇ ਸਾਹਮਣੇ ਕਦੇ ਕਿਸੇ ਮੁਜ਼ਾਹਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਅੱਗੇ ਨਹੀਂ ਲਾਇਆ ਗਿਆ। ਰਾਦਰ ਇਤਿਹਾਸ ਦੇ ਵਿੱਚ ਹੁਣ ਬੜੀਆਂ ਡਿਸਟਰੈਕਟਡ ਤਰੀਕੇ ਨਾਲ ਜਿਹੜੀਆਂ ਐਗਜ਼ਾਮਪਲ ਦਿੱਤੀਆਂ ਜਾ ਰਹੀਆਂ ਕਿ ਦੇਖੋ ਜੀ ਫੌਜੀ ਵੀ ਅੱਗੇ ਲਾਉਂਦੇ, ਉਹ ਅੱਗੇ ਨਹੀਂ ਲਾਉਂਦੇ। ਸਿੱਖ ਰੈਜੀਮੈਂਟਾਂ ਗੁਰਦੁਆਰੇ 'ਚ ਰੱਖਦੀਆਂ ਗੁਰੂ ਗ੍ਰੰਥ ਸਾਹਿਬ ਨੂੰ, ਫਰੰਟ 'ਤੇ ਨਹੀਂ ਲੈ ਕੇ ਜਾਂਦੀਆਂ ਜੀ, ਤੇ ਕੋਈ ਵੀ ਨਹੀਂ ਲੈ ਕੇ ਜਾਂਦਾ। ਗੁਰੂ ਗ੍ਰੰਥ ਸਾਹਿਬ ਸ਼ਕਤੀ ਦਾ ਕੇਂਦਰ ਹੈ, ਗਿਆਨ ਦਾ ਕੇਂਦਰ ਹੈ। ਕੋਈ ਬੁੱਤ ਪੂਜਾ ਵਾਲਾ ਕੰਮ ਨਹੀਂ ਹੈ ਕਿ ਇਹਨੂੰ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ। ਉਹਨੂੰ ਸਮਝੋ ਉਹਦੇ 'ਚ ਹੈ ਕੀ ਹੈ। ਜੇ ਹਥਿਆਰ ਚੱਕਣਾ ਹੈ ਨਾ, ਉਹਦੇ ਪਿੱਛੇ ਸ਼ਬਦ ਗੁਰੂ ਦੀ ਤਾਕਤ ਹੋਣੀ ਚਾਹੀਦੀ ਹੈ। ਹਥਿਆਰ ਐਵੇਂ ਨਹੀਂ ਚੱਕੇ ਜਾਂਦੇ। ਸੋ ਗ੍ਰੰਥ ਸਾਹਿਬ ਨੂੰ ਅੱਗੇ ਲਾ ਕੇ ਲੜਾਈ ਕੋਈ ਨਹੀਂ ਲੜੀ ਜਾਂਦੀ। ਸੰਤ ਜਰਨੈਲ ਸਿੰਘ ਨੇ ਬਹੁਤ ਵੱਡੀ ਲੜਾਈ ਲੜੀ ਹੈ, ਉਸ ਤੋਂ ਬਾਅਦ ਵੀ ਲੜਾਈ ਲੜੀ ਗਈ ਹੈ, ਕਿਸੇ ਨੇ ਅੱਗੇ ਨਹੀਂ ਸੀ ਲਾਇਆ। ਤੁਸੀਂ 84 ਵੀ ਕਵਰੇਜ ਕੀਤਾ, ਤਾਂ ਉਸ ਵੇਲੇ ਵੀ ਤੁਹਾਨੂੰ ਕਦੇ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜਾਂ ਅਜਿਹਾ ਕਦੇ ਹੋਇਆ? ਨਹੀਂ, ਮੈਂ ਪਹਿਲਾਂ 'ਚ ਕੀਤੀ ਹੈ ਵੀ ਕਦੇ ਵੀ ਨਹੀਂ, ਇਹੋ ਜਿਹੀ ਗੱਲ ਕਦੇ ਵੀ ਨਹੀਂ ਹੋਈ। ਕਦੇ ਕਿਸੇ ਮੁਜ਼ਾਹਰੇ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਖੁਦ ਮੋਰਚਾ ਲਾਇਆ ਸੀ ਜਦੋਂ ਭਾਈ ਅਮਰੀਕ ਸਿੰਘ ਅਰੈਸਟ ਹੋਏ ਹੈ। ਉਹ ਇਸ ਤਰ੍ਹਾਂ ਨਹੀਂ ਸੀ ਤੜਫੇ ਜਿਵੇਂ ਜਿਨ੍ਹਾਂ ਦੇ ਨਿਸ਼ਾਨੇ ਵੱਡੇ ਹੁੰਦੇ ਆ ਨਾ, ਉਹ ਛੋਟੀ ਜਿਹੀ ਗੱਲ ਤੇ ਆਪਣਾ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ। ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਨੂੰ ਪਹਿਲਾਂ ਹੀ ਕਾਰਵਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਸੀਗੀ? ਕਿਉਂਕਿ ਬਾਅਦ 'ਚ ਵੀ ਛੱਡਿਆ, ਪੁਲਿਸ ਦੀ ਗਲਤੀ ਮੰਨਦੇ ਹੋ ਉਸ ਥਾਂ 'ਤੇ ਵੀ? ਪੁਲਿਸ ਨੇ ਹੀ ਉਹਨਾਂ ਨੂੰ ਸਾਰਾ ਕੁਝ ਰਾਹ ਦਿੱਤਾ, ਤਾਂ ਹੀ ਉਹ ਉੱਥੇ ਆਏ। ਚਲੋ ਟੈਕਨੀਕਲ ਗੱਲ ਹੈ, ਮੈਂ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਮੈਂ ਇਹਨਾਂ ਗੱਲਾਂ 'ਤੇ ਐਕਸਪਰਟ ਨਹੀਂ ਗਾ। ਆਪਾਂ ਤਾਂ ਸਿਆਸੀ ਗੱਲ ਕਰ ਸਕਦੇ ਹਾਂ ਵੱਧ ਤੋਂ ਵੱਧ। ਪੁਲਿਸ ਦੀ ਕਾਰਵਾਈ ਗਲਤ ਹੈ, ਠੀਕ ਹੈ, ਇੰਟੈਲੀਜੈਂਸ ਫੇਲਿਅਰ ਹੈ, ਜੋ ਵੀ ਹੈ ਉਹ ਸਾਰਾ ਕੁਛ ਆ ਚੁੱਕਿਆ। ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੂੰਗਾ। ਤਾਂ ਇਸ ਦੇ ਵਿੱਚ ਲਗਾਤਾਰ ਜਿਵੇਂ ਤੁਸੀਂ ਕਵਰੇਜ ਕੀਤੀ ਹੈ, ਹਰ ਇੱਕ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਈ, ਹੁਣ ਵੀ ਦੱਸ ਰਹੇ ਹੋ, ਸਾਰਾ ਕੁਝ ਲਿਖਦੇ ਵੀ ਹੋ, ਬਹੁਤ ਚੰਗਾ। ਹੁਣ ਸੁਨੇਹਾ ਕੀ ਹੋਏਗਾ ਸਾਫ਼ ਤੌਰ 'ਤੇ? ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਗੱਲਾਂ ਉੱਡ ਰਹੀਆਂ ਨੇ ਕਿ ਇਸ ਤਰ੍ਹਾਂ ਹੋ ਜਾਏਗਾ, ਚਲਾਨ ਪੇਸ਼ ਹੋਏ ਨੇ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਕਿ ਨਹੀਂ। ਕਿਉਂਕਿ ਕੌਮ ਕਹਿੰਦੀ ਹੈ ਕਿ 302 ਦਾ ਪਰਚਾ ਵੀ ਇਹਨਾਂ ਦੇ ਉੱਤੇ ਕਰਨਾ ਚਾਹੀਦਾ ਸੀਗਾ। ਸੁਨੇਹਾ ਕੀ ਹੋਏਗਾ ਕਿ ਕਿਸ ਤਰ੍ਹਾਂ ਦੇ ਅੱਗੇ ਜਾ ਕੇ ਜਿਹੜੀ ਹੈ ਤਿਆਰੀ ਹੋਣੀ ਚਾਹੀਦੀ ਹੈ? ਦੇਖੋ, ਇੱਕ ਤਾਂ ਵੀ ਅਕਾਲੀ ਦਲ ਦੇ ਜਿਹੜੇ ਰਿਵਾਈਵਲ ਦੀ ਗੱਲ ਹੋ ਰਹੀ ਸੀ ਕਿ ਹੋ ਸਕਦਾ ਹੈ, ਹੁਣ ਉਹ ਬਿਲਕੁਲ ਖਤਮ ਹੋ ਗਈ। 302 ਦਾ ਪਰਚਾ ਜਾਂ 307 ਦਾ ਪਰਚਾ ਜੇ ਵੀ ਹੁੰਦਾ, ਇਹ ਤਾਂ ਟੈਕਨੀਕਲ ਗੱਲ ਹੈ, ਉਹ ਤਾਂ ਕੋਰਟ ਨੇ ਫੈਸਲੇ ਕਰਨੇ ਹੈ ਅਤੇ ਉਹ ਲੜਾਈ ਆਪੇ ਲੜੀ ਜਾਣਗੇ। ਲੇਕਿਨ ਪੰਜਾਬ ਦੀ ਸਿਆਸਤ ਵਿੱਚ ਇਹ ਇੱਕ ਨਵਾਂ ਮੋੜ ਆਏਗਾ। ਜੀ, ਨਵਾਂ ਮੋੜ ਕਿਸ ਤਰ੍ਹਾਂ ਆ ਸਕਦਾ ਹੈ? ਕੋਈ ਲੱਗਦਾ ਹੈ ਜਿਵੇਂ ਪਹਿਲਾਂ, ਕਿਉਂਕਿ ਕਈ ਮਾਵਾਂ ਇਹ ਵੀ ਕਹਿੰਦੀਆਂ ਨੇ ਕਿ ਪਹਿਲਾਂ ਵਾਲਾ ਮਾਹੌਲ ਨਾ ਬਣ ਜੇ, ਕੀ ਲੱਗਦਾ ਵੀ ਨਵਾਂ ਮੋੜ ਇਸ ਤਰ੍ਹਾਂ ਦਾ ਹੋ ਸਕਦਾ? ਨਹੀਂ, ਮੈਂ ਜਿਹੜੀ ਉਹ ਰਿਵਾਈਵਲ ਹੈ ਉਸ ਪੀਰੀਅਡ ਦੀ, ਉਹ ਮੈਨੂੰ ਲੱਗਦਾ ਨਹੀਂ ਕਿ ਮੁੜ ਕੇ ਆ ਜਾਏ। ਪੰਜਾਬ ਨੇ ਬਹੁਤ ਅੱਗੇ ਦੁਖਾਂਤ ਸਹਿ ਹੋਇਆ। ਤੁਸੀਂ ਉਹਨਾਂ ਟੱਬਰਾਂ ਨੂੰ ਜਾ ਕੇ ਮਿਲੋ, ਅਸੀਂ ਤਾਂ ਦੇਖਿਆ ਸਾਰਾ ਕੁਛ। ਅਸੀਂ ਤਾਂ ਉਸ ਪੀਰੀਅਡ ਦੇ ਆਈ ਫਿਟਨੈਸ ਹੈਗੀ, ਅਤੇ ਕੋਈ ਨਹੀਂ ਚਾਹੁੰਦਾ ਕਿ ਉਹ ਇਤਿਹਾਸ ਦੁਹਰਾਇਆ ਜਾਵੇ। ਹਾਂ, ਸਿਆਸੀ ਲੜਾਈ ਲੜਨੀ ਹੈ, ਆਪਣੇ ਜ਼ਰੂਰ ਲੜੋ, ਹਾਂਜੀ, ਲੇਕਿਨ ਜਿਨ੍ਹਾਂ ਸਿਆਸੀ ਲੜਾਈ ਲੜਨੀ ਹੁੰਦੀ ਹੈ ਨਾ, ਉਹ ਛੋਟੀ ਜਿਹੀ ਗੱਲ 'ਤੇ ਰਿਐਕਟ ਨਹੀਂ ਕਰਿਆ ਕਰਦੇ। ਜੀ ਜੀ, ਬਹੁਤ ਸ਼ੁਕਰੀਆ। ਸੀਨੀਅਰ ਪੱਤਰਕਾਰ ਸਾਡੇ ਨਾਲ ਜਗਤਾਰ ਸਿੰਘ ਸੀਗੇ। ਤਾਂ ਇਹਨਾਂ ਨੇ ਸਾਫ਼ ਤੌਰ 'ਤੇ ਹਰ ਇੱਕ ਚੀਜ਼ ਬਾਖੂਬੀ ਤਰੀਕੇ ਦੇ ਨਾਲ, ਬਾਖੂਬੀ ਢੰਗ ਨਾਲ ਪੇਸ਼ ਕੀਤੀ ਹੈ ਕਿ ਇਹਨਾਂ ਨੇ ਜਵਾਬ ਵੀ ਮੰਗਿਆ ਕਿ ਕੌਮ ਜਵਾਬ ਮੰਗਦੀ ਹੈ, ਸਾਰੇ ਜਵਾਬ ਮੰਗਦੇ ਨੇ। ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਜਾਂ ਕਈਆਂ ਨੇ ਬਿਆਨ ਦਿੱਤੇ ਨੇ, ਜੋ ਵੀ ਚੀਜ਼ਾਂ ਹੋਈਆਂ ਨੇ, ਤਾਂ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਦੇ ਦੇਣ। ਵਿਚਾਰ ਸਾਡੇ ਨਾਲ ਜੂ ਸਾਂਝੇ ਕਰੋ। ਕੈਮਰੇ ਸਾਥ ਜੋਗਦੇ ਸੀ ਸ਼ਿਵਾ। ਧੰਨਵਾਦ।